हेलो दोस्तों, ਅੱਜ जो ਆਪਾਂ ਗੱਲ ਕਰਨੀ ਹੈ 8ਵੀਂ ਕਲਾਸ ਦੇ 11th ਚੈਪਟਰ ਖੇਤਰ ਮਿਤਾਈ ਮੈਂਜੂਰੇਸ਼ਨ ਦੀ ਗੱਲ ਕਰਨੀ ਹੈ। एग्जाम ਦੇ ਵਿੱਚ ਪੇਪਰ ਪੈਟਰਨ ਚੇਂਜ ਹੋ ਚੁੱਕਿਆ ਹੈ, ਕੁਝ ਕੁ ਸਿਲੇਬਸ ਡਿਲੀਟ ਹੋ ਚੁੱਕੇ ਹੈ, ਬੜੀਆਂ ਕਨਫਿਊਜ਼ਨਾਂ ਮਾਈਂਡ ਦੇ ਵਿੱਚ ਨੇ ਕਿ ਕਿਸ ਟਾਈਪ ਦੇ ਕੁਐਸਚਨਸ ਆਣੇ ਆ, ਕਿਵੇਂ ਤਿਆਰੀ ਕਰੀਏ। ਟੌਪਿਕ ਬੜਾ ਟਿਪੀਕਲ ਹੈ, ਸਾਰੀਆਂ ਗੱਲਾਂ ਦਾ ਜਵਾਬ ਅੱਜ ਆਪਾਂ ਇਸ ਲੈਕਚਰ ਦੇ ਵਿੱਚ ਕਰਦੇ ਹਾਂ। ਇਸ ਦੇ ਵਿੱਚ ਦੋ ਤਰ੍ਹਾਂ ਦੇ ਕੁਐਸਚਨ ਆਣੇ ਆ, 1 ਅੰਕ ਦਾ ਅਤੇ 6 ਅੰਕ ਦਾ। 4 ਇਕਾਈਆਂ ਆਪਣੇ ਕੋਲੇ ਸਿਲੇਬਸ ਦੇ ਵਿੱਚ ਹੈਗੀਆਂ, 11.2 ਇਕਾਈ ਨੂੰ ਸਿਲੇਬਸ ਦੇ ਵਿੱਚੋਂ ਖਤਮ ਕਰ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਹੁਣ 1 ਅੰਕ ਦੀ, ਕਿਉਂਕਿ ਜੋ ਖੇਤਰ ਮਿਤਾਈ ਹੈ ਇਹਦੇ ਵਿੱਚ ਦੋ ਤਰ੍ਹਾਂ ਦੇ ਟੌਪਿਕ ਤੇ ਆਪਾਂ ਡਿਸਕਸ ਕਰਦੇ ਹਾਂ, ਸਮਤਲ ਚਿੱਤਰ ਅਤੇ ਠੋਸ ਚਿੱਤਰ। ਸਮਤਲ ਕਹਿ ਸਕਦੇ ਹਾਂ 2 ਦਿਸ਼ਾਵੀ, ਠੋਸ 3 ਦਿਸ਼ਾਵੀ। ਆਪਾਂ ਉਹਨਾਂ ਬਾਰੇ ਗੱਲ ਕਰਨੀ ਹੈ। ਹੁਣ ਸਮਤਲ ਚਿੱਤਰਾਂ ਦੇ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ, ਦੇਖੋ ਕੀ ਗੱਲ ਆਪਾਂ ਕਰਨੀ ਹੈ, ਆਪਾਂ ਉਸ ਦੀ ਗੱਲ ਕਰਦੇ ਹਾਂ। ਮੇਨ ਆਪਾਂ ਜਿਹੜੀ ਗੱਲ ਕਰਨੀ ਹੈ ਆਇਤ ਦਾ ਖੇਤਰਫਲ, ਕਿਉਂਕਿ 1 ਅੰਕ ਦੇ ਵਿੱਚ ਸਿਰਫ ਕੀ ਬਣਦੇ ਨੇ, ਫਾਰਮੂਲੇ ਬਣਦੇ ਨੇ। ਵਰਗ, ਚੱਕਰ, ਤਿਕੋਣ, ਸਮਾਂਤਰ ਚਤੁਰਭੁਜ, ਬੜੇ ਜੋ ਸਾਰੇ ਸਮਤਲ ਚਿੱਤਰ ਨੇ ਆਪਣੇ ਕੋਲੇ, ਸਮਾਂਤਰ ਚਤੁਰਭੁਜ। ਹੁਣ ਆਇਤ ਦੇ ਖੇਤਰਫਲ ਦਾ ਫਾਰਮੂਲਾ ਲੰਬਾਈ ਗੁਣਾ ਚੌੜਾਈ, ਆਇਤ ਦੇ ਪਰਿਮਾਪ ਦਾ ਫਾਰਮੂਲਾ 2 ਗੁਣਾ ਲੰਬਾਈ ਪਲੱਸ ਚੌੜਾਈ, ਵਰਗ ਦੇ ਖੇਤਰਫਲ ਦਾ ਫਾਰਮੂਲਾ ਭੁਜਾ ਗੁਣਾ ਭੁਜਾ, a ਗੁਣਾ a, s ਗੁਣਾ s ਲਿਖਿਆ ਜਾ ਸਕਦਾ ਹੈ। ਵਰਗ ਦਾ ਜੋ ਪਰਿਮਾਪ ਹੈ 4 ਗੁਣਾ ਭੁਜਾ। ਚੱਕਰ ਦਾ ਖੇਤਰਫਲ ਪਾਈ ਆਰ ਦੀ 2, ਚੱਕਰ ਦਾ ਪਰਿਮਾਪ ਜਾਂ ਘੇਰਾ 2 ਪਾਈ ਆਰ। ਤਿਕੋਣ ਦੇ ਇਕੱਲੇ ਖੇਤਰਫਲ ਤੇ ਆਪਾਂ ਗੱਲ ਕਰ ਰਹੇ ਹਾਂ, ਆਧਾਰ ਗੁਣਾ ਲੰਬ ਵਟੇ 2। ਅਗਰ ਪਰਿਮਾਪ ਦੀ ਗੱਲ ਆ ਗਈ ਤਾਂ ਤਿੰਨੋਂ ਭੁਜਾਵਾਂ ਦਾ ਜੋੜ ਹੈ। ਸਮਾਂਤਰ ਚਤੁਰਭੁਜ ਦੇ ਮੈਂ ਖੇਤਰਫਲ ਦੀ ਗੱਲ ਕਰਾਂ, ਆਧਾਰ ਗੁਣਾ ਸਿਖਰ ਲੰਬ। ਤਾਂ ਇਹ ਬੜੇ ਛੋਟੇ ਕੁਐਸਚਨਸ ਨੇ, ਫਾਰਮੂਲੇ ਹੈ ਜੋ ਆਪਣੇ ਕੋਲੇ 1 ਅੰਕ ਦੇ ਵਿੱਚ ਐਗਜ਼ਾਮ 'ਚ ਆਇਆ। ਕਈ ਵਾਰ ਕੀ ਹੁੰਦਾ ਹੈ, 1 ਅੰਕ ਦੇ ਵਿੱਚ ਆਪਾਂ ਨੂੰ ਡਾਇਗਰਾਮਸ ਦੇ ਨਾਲ ਵੀ ਦਿਖਾਇਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ਤੇ ਆਪਾਂ ਨੂੰ ਇੱਕ ਆਇਤ ਦੇਤੀ, ਇੱਥੇ ਲਿਖਤਾ 7, ਇਹ ਲਿਖਤਾ 15, ਇਹਦਾ ਪਰਿਮਾਪ ਪਤਾ ਕਰੋ। ਹੋ ਸਕਦਾ ਆ ਜਾਏ, ਜਾਂ ਇਹਦਾ ਖੇਤਰਫਲ ਪਤਾ ਕਰੋ, ਡਿਪੈਂਡ ਕਰਦਾ। ਹੁਣ ਪਰਿਮਾਪ 2 ਗੁਣਾ ਲੰਬਾਈ ਪਲੱਸ ਚੌੜਾਈ, ਤਾਂ ਲੰਬਾਈ ਮੰਨ ਲਓ 15, ਚੌੜਾਈ 7 ਹੈ। 15 7 22 44 ਸੈਂਟੀਮੀਟਰ ਹੈ, ਸੈਂਟੀਮੀਟਰ ਲਿਖ ਦਾਂਗੇ, ਮੀਟਰ ਹੈ, ਮੀਟਰ ਲਿਖ ਦਾਂਗੇ। ਖੇਤਰਫਲ ਕੀ ਹੋ ਗਿਆ, ਲੰਬਾਈ ਗੁਣਾ ਚੌੜਾਈ। ਤਾਂ ਇਹ ਜੇ ਆਪਣੇ ਕੋਲੇ ਛੋਟੇ ਕੁਐਸਚਨ ਹੈ 1 ਨੰਬਰ ਦੇ, 105 ਵਰਗ ਇਕਾਈਆਂ ਜੋ ਵੀ ਹੋ। ਸੇਮ ਆਪਾਂ ਨੂੰ ਵਰਗ ਦੇ ਕੇ ਕਹਿ ਸਕਦੇ ਨੇ, ਇੱਥੇ ਮੰਨ ਲਓ 8 ਆ ਗਿਆ, ਇਹਦਾ ਪਰਿਮਾਪ ਪਤਾ ਕਰੋ, ਇਸ ਦਾ ਖੇਤਰਫਲ ਪਤਾ ਕਰੋ। ਤਾਂ ਡਿਪੈਂਡ ਕਰਦਾ ਹੈ ਆਪਾਂ ਨੂੰ ਕਿਸ ਟਾਈਪ ਦਾ 1 ਅੰਕ ਦੇ ਵਿੱਚ ਉਹ ਕੁਐਸਚਨ ਦੇ ਸਕਦੇ ਆ। ਇਹ ਤਾਂ ਜਿਹੜੀ ਆਪਾਂ ਗੱਲ ਕੀਤੀ ਸੀ, ਆਪਾਂ ਸਮਤਲ ਦੀ ਗੱਲ ਕੀਤੀ ਸੀ ਵੀ ਸਮਤਲ ਦੇ ਜੋ ਫਾਰਮੂਲੇ ਨੇ ਜਾਂ ਕਿਵੇਂ ਉਸ ਤੇ ਹੈ। ਹੁਣ ਆਪਾਂ ਜਿਹੜੀ 1 ਅੰਕ 'ਚ ਗੱਲ ਕਰਨੀ ਹੈ, ਠੋਸ ਤੇ ਗੱਲ ਕਰਨੀ ਹੈ। ਠੋਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਘਨ ਦੀ ਤੇ ਘਨਾਭ ਦੀ। ਹੁਣ ਇਸ ਦੇ ਵਿੱਚ ਕੀ ਹੁੰਦਾ ਹੈ, ਘਨ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ 4 ਗੁਣਾ ਭੁਜਾ ਗੁਣਾ ਭੁਜਾ, ਕੁੱਲ ਸਤ੍ਹਾ ਦਾ ਖੇਤਰਫਲ 6 ਗੁਣਾ ਭੁਜਾ ਗੁਣਾ ਭੁਜਾ, ਤੇ ਆਇਤਨ ਭੁਜਾ ਗੁਣਾ ਭੁਜਾ ਗੁਣਾ ਭੁਜਾ ਜਾਂ ਭੁਜਾ ਦੀ ਘਾਤ 3। ਘਨਾਭ ਦੀ ਗੱਲ ਕਰੀਏ, ਘਨਾਭ ਦੀ ਪਾਸਵੀਂ ਸਤ੍ਹਾ ਜਾਂ ਇਹਨੂੰ ਬੋਲਦੇ ਨੇ ਚਾਰੋਂ ਕੰਧਾਂ ਦਾ ਖੇਤਰਫਲ 2 ਲੰਬਾਈ ਪਲੱਸ ਚੌੜਾਈ ਗੁਣਾ ਉਚਾਈ। ਕੁੱਲ ਸਤ੍ਹਾ ਦਾ ਖੇਤਰਫਲ 2 ਗੁਣਾ ਲੰਬਾਈ ਚੌੜਾਈ, ਚੌੜਾਈ ਉਚਾਈ, ਉਚਾਈ ਲੰਬਾਈ। ਆਇਤਨ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ। ਥਰਡ ਆਪਾਂ ਗੱਲ ਕਰਦੇ ਹਾਂ ਸਿਲੰਡਰ ਦੀ ਜਾਂ ਬੇਲਣ ਦੀ, ਇੱਕੋ ਨਾਮ ਹੈ।
ਇਹਦੀ ਪਾਸਵੀਂ ਸਤ੍ਹਾ ਦਾ ਖੇਤਰਫਲ 2 ਪਾਈ ਆਰ ਐਚ। ਇੱਥੇ ਇੱਕ ਇੰਪੋਰਟੈਂਟ ਚੀਜ਼ ਹੋਰ ਹੈ, ਕਿਉਂਕਿ ਕੁਐਸਚਨ ਆਏ ਹੋਏ ਨੇ, ਇਹਨੂੰ ਆਪਾਂ 2 ਪਾਈ ਆਰ ਗੁਣਾ ਐਚ ਵੀ ਲਿਖ ਸਕਦੇ ਹਾਂ। ਤਾਂ ਸਿਲੰਡਰ ਦੇ ਵਿੱਚ ਪਾਸਵੀਂ ਸਤ੍ਹਾ ਦਾ ਖੇਤਰਫਲ, ਵੈਸੇ ਤਾਂ ਤਿੰਨਾਂ ਦੇ ਵਿੱਚ ਇੱਕੋ ਹੀ ਫਾਰਮੂਲਾ ਹੈ, 2 ਪਾਈ ਆਰ ਕੀ ਹੈ, ਚੱਕਰ ਦਾ ਘੇਰਾ। ਤੇ ਸਿਲੰਡਰ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹਦੇ ਆਧਾਰ ਦੇ ਵਿੱਚ ਚੱਕਰ ਹੁੰਦਾ ਹੈ। ਬੇਸਿਕਲੀ ਇਹ ਸਾਰਿਆਂ ਤੇ ਲਾਗੂ ਹੁੰਦਾ ਹੈ, ਆਧਾਰ ਦਾ ਪਰਿਮਾਪ ਗੁਣਾ ਉਚਾਈ। ਦੇਖੋ ਇੱਥੇ ਵਰਗ ਹੁੰਦਾ ਹੈ, ਇਹਦੀ ਉਚਾਈ ਇਹ ਹੋਗੀ, ਇਹਦੀ ਆਇਤ ਹੁੰਦੀ ਹੈ। ਦੇਖੋ ਇਹ ਛੋਟਾ ਕੁਐਸਚਨ ਵੀ ਆ ਸਕਦਾ ਹੈ, ਇਹ ਇੱਥੇ ਇੱਕ ਛੋਟਾ ਕੁਐਸਚਨ ਹੋਰ ਬਣਦਾ ਹੈ, ਘਨ ਦੇ ਆਧਾਰ ਦਾ ਖੇਤਰਫਲ। ਹੁਣ ਘਨ ਦੇ ਆਧਾਰ 'ਚ ਵਰਗ ਹੁੰਦਾ ਹੈ, ਤਾਂ ਅਸਲ 'ਚ ਇਹਨਾਂ ਨੇ ਕੀ ਪੁੱਛਿਆ, ਵਰਗ ਦਾ ਖੇਤਰਫਲ। ਘਨਾਵ ਦੇ ਆਧਾਰ ਦਾ ਖੇਤਰਫਲ, ਘਨਾਵ ਦਾ ਆਧਾਰ ਕਮਰਾ ਹੋ ਗਿਆ, ਫਰਸ਼ ਕਿਸ ਸ਼ੇਪ 'ਚ ਹੁੰਦਾ ਹੈ, ਆਇਤ ਸ਼ੇਪ 'ਚ ਹੁੰਦਾ ਹੈ। ਸਿਲੰਡਰ ਦੇ ਆਧਾਰ 'ਚ ਚੱਕਰ ਹੁੰਦਾ, ਤਾਂ ਕੁਐਸਚਨ ਨੂੰ ਇਸ ਅਕੋਰਡਿੰਗ ਵੀ ਟ੍ਰਿਕੀ ਬਣਾਇਆ ਜਾ ਸਕਦਾ, ਘੁਮਾਇਆ ਜਾ ਸਕਦਾ। ਤਾਂ ਇੱਥੇ ਧਿਆਨ ਰੱਖਣਾ ਹੈ, ਇਹਨਾਂ ਤਿੰਨਾਂ ਦੇ ਕੇਸ ਦੇ ਵਿੱਚ ਪਾਸਵੀਂ ਸਤ੍ਹਾ ਦਾ ਖੇਤਰਫਲ ਕੀ ਹੈ, ਆਧਾਰ ਦਾ ਪਰਿਮਾਪ ਗੁਣਾ ਉਚਾਈ। ਕੁੱਲ ਸਤ੍ਹਾ ਦਾ ਖੇਤਰਫਲ ਹੋ ਗਿਆ ਸਿਲੰਡਰ ਦਾ ਪਾਸਵੀਂ, ਤੇ ਦੋ ਚੱਕਰ ਨੇ, ਦੋ ਆਧਾਰ ਨੇ, 2 ਪਾਈ ਆਰ ਦੀ 2 ਜਾਂ 2 ਪਾਈ ਆਰ ਕਾਮਨ ਆ ਗਿਆ, H ਪਲਸ ਆਰ। ਨੈਕਸਟ ਆਇਤਨ। ਫਿਰ ਆਇਤਨ ਦੀ ਕੀ ਖਾਸੀਅਤ ਹੈ, ਆਧਾਰ ਦਾ ਖੇਤਰਫਲ ਗੁਣਾ ਉਚਾਈ। ਆਧਾਰ ਦਾ ਖੇਤਰਫਲ ਵਰਗ ਦਾ ਖੇਤਰਫਲ ਗੁਣਾ ਉਚਾਈ, ਆਧਾਰ ਦਾ ਖੇਤਰਫਲ ਆਇਤ ਦਾ ਖੇਤਰਫਲ ਗੁਣਾ ਉਚਾਈ, ਆਧਾਰ ਦਾ ਖੇਤਰਫਲ ਚੱਕਰ ਦਾ ਖੇਤਰਫਲ ਗੁਣਾ ਉਚਾਈ। ਤਾਂ ਇਹ ਆਪਣੇ ਇਹਦੇ ਫਾਰਮੂਲੇ ਆ, ਇਹਨਾਂ ਦੇ ਆਧਾਰ ਹੈ ਜਿਹੜੇ ਆਪਣੇ 1 ਅੰਕ ਦੇ ਕੁਐਸਚਨ ਬਣਦੇ ਆ। ਹੁਣ ਇਸ ਤੋਂ ਬਾਅਦ ਆਪਾਂ ਜਿਹੜੀ ਗੱਲ ਕਰਦੇ ਆ, ਇਹਦੇ ਸਭ ਤੋਂ ਇੰਪੋਰਟੈਂਟ 6 ਅੰਕ ਦੇ 6 ਅੰਕ ਦੇ ਕੁਐਸਚਨ ਦੀ ਗੱਲ ਕਰਦੇ ਆ ਕਿ 6 ਅੰਕ ਦਾ ਜਿਹੜਾ ਕੁਐਸਚਨ ਹੈ ਐਗਜ਼ਾਮ ਦੇ ਵਿੱਚ ਕਿਸ ਤਰ੍ਹਾਂ ਦਾ ਆਉਣਾ ਹੈ, ਸਭ ਤੋਂ ਇੰਪੋਰਟੈਂਟ। ਹੁਣ ਆਪਾਂ 6 ਅੰਕ ਦੇ ਕੁਐਸਚਨ ਡਿਸਕਸ ਕਰਦੇ ਹਾਂ। ਤੁਹਾਡੇ ਸਾਹਮਣੇ 3-4 ਕੁਐਸਚਨ ਕੀਤੇ ਹੈ ਤਾਂ ਕਿ ਟਾਈਮ ਬਚੇ, ਆਪਾਂ ਡਾਇਰੈਕਟ ਸਟੇਟਮੈਂਟ ਤੇ ਆ ਰਹੇ ਹਾਂ। ਕੁਝ ਕੁ ਕੁਐਸਚਨਸ ਦੀ ਗੱਲ ਕਰਦਾ ਜੋ 6 ਅੰਕ ਦੇ ਐਕਸਪੈਕਟਡ ਕੁਐਸਚਨ ਗਵਾਉਂਦੇ, ਜਿਵੇਂ ਮਾਡਲ ਟੈਸਟ ਪੇਪਰ ਆਏ ਨੇ। ਕਹਿੰਦੇ ਘਨਾਵ ਦੀ ਉਚਾਈ ਪਤਾ ਕਰੋ ਜਿਸ ਦਾ ਆਇਤਨ ਅਤੇ ਆਧਾਰ ਦਾ ਖੇਤਰਫਲ। ਜਿਹੜੀ ਗੱਲ ਮੈਂ ਕੀਤੀ ਸੀ ਕਿ ਤਿੰਨਾਂ ਦੇ ਆਇਤਨ ਦਾ ਦੇਖੋ ਕੀ ਫਾਰਮੂਲਾ ਹੈ, ਆਧਾਰ ਦਾ ਖੇਤਰਫਲ ਗੁਣਾ ਉਚਾਈ, ਇਹੀ ਫਾਰਮੂਲਾ ਹੈ। ਕੀ ਦਿੱਤਾ ਹੋਇਆ ਦੇਖੋ, ਆਇਤਨ 275, ਆਧਾਰ ਦਾ ਖੇਤਰਫਲ 25। ਬਿਲਕੁਲ ਛੋਟਾ ਜਿਹਾ ਕੁਐਸਚਨ ਹੈ, 2 ਲਾਈਨਾਂ ਦਾ ਤੇ 6 ਨੰਬਰ ਦਾ ਕੁਐਸਚਨ ਹੈ, ਇਕੱਲੀ ਵੈਲਿਊ ਫਾਰਮੂਲੇ ਦੀ ਹੈ। ਤਾਂ ਫਿਰ H ਕਿਹਦੇ ਬਰਾਬਰ ਆ ਗਈ, 275/25। ਇਹਨੂੰ ਜਦੋਂ ਵੰਡ ਕੀਤਾ 11 ਆ ਗਿਆ, ਤਾਂ ਹੱਲ ਕੀਤਾ H ਆ ਗਿਆ 11 ਸੈਂਟੀਮੀਟਰ। ਤਾਂ ਦੇਖੀਏ ਜਿਹੜਾ ਕੁਐਸਚਨ ਹੈ ਬੜਾ ਸੌਖਾ ਬਣਦਾ, 6 ਨੰਬਰ। ਇਹਦੇ ਪੈਰਲਲ ਸੇਮ ਆ ਕੁਐਸਚਨ ਪਿਆ ਇੱਕ, ਕਹਿੰਦੇ ਘਨ ਦੀ ਭੁਜਾ ਪਤਾ ਕਰੋ ਜਾਂ ਕਿਨਾਰਾ ਪਤਾ ਕਰੋ ਜਿਸ ਦੀ ਕੁੱਲ ਸਤ੍ਹਾ ਦਾ ਖੇਤਰਫਲ ਇੰਨਾ ਹੈ। ਘਨ ਦੀ ਕੁੱਲ ਸਤ੍ਹਾ ਦਾ ਖੇਤਰਫਲ 600 ਵਰਗ ਸੈਂਟੀਮੀਟਰ, ਤੇ ਘਨ ਦੀ ਫਾਰਮੂਲਾ ਕੀ ਸੀ, 6 ਗੁਣਾ ਭੁਜਾ ਗੁਣਾ ਭੁਜਾ। 6 ਨਾਲ ਵੰਡ ਕੀਤੀ, 600/600। ਉਰੇ ਇਹ 2 ਵਾਰ ਹੈ, ਜਾਂ ਕਹਿ ਸਕਦੇ ਹਾਂ a ਦੀ ਘਾਤ 2 ਹੈ, ਤਾਂ 100 ਕਿਹਦਾ ਵਰਗ ਹੈ, ਕਿਹਦੀ ਘਾਤ 2 ਹੈ, 10 ਦੀ, 10 ਦਾ ਹੀ 100। 2 ਘਾਤ ਨਾਲ 2 ਘਾਤ ਕੱਟ ਗਈ, ਇਹ ਆ ਗਿਆ 10। ਸੈਂਟੀਮੀਟਰ ਲਿਖਿਆ ਹੋਇਆ ਹੈ, ਸੈਂਟੀਮੀਟਰ ਲਿਖ ਦਾਂਗੇ, ਮੀਟਰ ਲਿਖਿਆ ਹੋਇਆ ਮੀਟਰ ਲਿਖ ਦਾਂਗੇ, ਆਪਾਂ ਇਹਨੂੰ ਸਿੱਧਾ ਹੱਲ ਕਰ ਸਕਦੇ ਹਾਂ। ਨੈਕਸਟ ਆਪਣੇ ਕੋਲੇ ਆ ਕੁਐਸਚਨ ਆ ਗਿਆ, ਕੀ ਦਿੱਤਾ ਹੋਇਆ ਦੇਖੋ, ਕਹਿੰਦੇ 7 ਮੀਟਰ ਅਰਧ ਵਿਆਸ, ਅਰਧ ਵਿਆਸ ਦਿੱਤਾ, ਅਰਧ ਵਿਆਸ ਨੂੰ ਆਪਾਂ r ਨਾਲ ਲੈ ਕੇ ਚੱਲਦੇ ਹਾਂ, ਅਤੇ 3 ਮੀਟਰ ਉਚਾਈ, ਉਚਾਈ ਦੇਤੀ 3 ਮੀਟਰ ਵਾਲਾ ਇੱਕ ਬੰਦ ਬੇਲਨਾਕਾਰ ਟੈਂਕ ਕਿਸੇ ਧਾਤੂ ਦੀ ਚਾਦਰ ਨਾਲ ਬਣਿਆ ਹੋਇਆ ਹੈ। ਇੱਕ ਟੈਂਕ ਬਣਿਆ ਹੋਇਆ, ਬੰਦ ਹੈ, ਬੰਦ ਹੈ, ਕਹਿੰਦੇ ਇੱਕ ਧਾਤੂ ਦੀ ਚਾਦਰ ਨਾਲ ਬਣਿਆ ਹੋਇਆ ਹੈ। ਕਹਿੰਦੇ ਇਸ ਨੂੰ ਬਣਾਉਣ ਲਈ ਲੋੜੀਂਦੀ ਧਾਤ ਦੀ ਚਾਦਰ ਦੀ ਮਾਤਰਾ ਪਤਾ ਕਰੋ। ਹੁਣ ਸਭ ਤੋਂ ਪਹਿਲੀ ਗੱਲ, ਪਹਿਲਾ ਕੁਐਸਚਨ, ਧਾਤ ਦੀ ਜਿਹੜੀ ਚਾਦਰ ਹੈ ਇਹਦੇ ਕਿੱਥੇ ਕਿੱਥੇ ਲੱਗੀ ਹੈ, ਇਹਦੇ ਚਾਰੇ ਪਾਸੇ ਲੱਗੀ ਹੈ, ਉੱਪਰ ਬੰਦ ਹੋ ਗਿਆ। ਤਾਂ ਇਹਦਾ ਮਤਲਬ ਆਪਾਂ ਨੂੰ ਬੇਲਨ ਦੀ ਕੁੱਲ ਸਤ੍ਹਾ ਚਾਹੀਦੀ ਹੈ ਜਿੱਥੇ ਚਾਦਰ ਲੱਗੀ ਹੈ। ਤੇ ਕੀ ਫਾਰਮੂਲਾ ਸੀ, ਯਾਦ ਕਰੋ, 2 ਪਾਈ ਆਰ H ਪਲਸ ਆਰ। ਪਾਈ ਦੀ ਕੀਮਤ 22/7,
आर ਆਪਾਂ ਨੂੰ ਦੇ ਰੱਖਿਆ 7, एच आ गया 3, आर आ गया 7, आ कट गया। 22 दूनी 44, 44 गुना 10, 444 वर्ग मीटर अपने को की आ गया आंसर आ गया। देखो क्वेश्चन नहीं वड्डा बनता 6 नंबर का, परंतु इतने फॉर्मूले है क्योंकि तुहानू ये इंट्रोड्यूस होए ने तो थोड़ा ध्यान नाल करना पऊगा। नैक्सट इसे टाइप का क्वेश्चन है, इदू उल्टा है। इत्थे कुल सतह दिती हुई कड्ढनी सी, इत्थे दिती हुई है। देखो कहते बेलन की उचाई पता करो अगर इसका अर्ध व्यास 7 सेंटीमीटर अते कुल सतह का जो खेत्रफल है वो 968 है। हुण कुल सतह के खेत्रफल का की फार्मूला आ गया 2 पाई आर एच प्लस आर बराबर 968। कीमत भरते हैं 2 पाई 22/7। आर आपां नूं 7 दे रखिया, उचाई नहीं पता, आर 7 दे रखिया बराबर 960। आ कट गया तो पहला इनू उधर भेजिए। एच प्लस 7 बराबर 968 बटा 22 गुना 2, 2 के पहाड़े ते गया 484। 22 नूं ना कट के देख लोगे कितना बन जू 22, तो एच आ गया 22, 7 इधर आके माइनस आ गया 15। की चल रहा है सेंटीमीटर चल रहा है, तो अपने को ये आंसर आ गया। उस बेलन की जिहड़ी उचाई है वो की बन गई 15 सेंटीमीटर बन गई। एक दो होर एग्जाम्पल से आप गल करते हैं, कुछ होर क्वेश्चन से गल कर रहे हैं, थोड़ा जा लेंथी टिपिकल क्वेश्चन से गल कर रहे हैं। कहते एक घनावकार गोदाम आ साइज है, उस दे अंदर किन्ने घनावकार डब्बे रखे जा सकते हैं। देसी भाषा च मैं छोटा जा एक आइडिया थोड़ा बनाने की कोशिश करदा। इस तरह का गोदाम है, ਉਹਦੇ ਵਿੱਚ ਆਪਾਂ डब्बे रखने ने घनावकारी शेप कहते किन्ने रखे जा सकते। सब तो पहला ये अंदर रखने हैं, ਉਹਦੇ अंदर जी जगह होंगी है सारी ये की होंगी है आयतन होंगी है। पहले तो ये चीज़ पता होनी चाहिए, आप कढ़ना की है आयतन होगी। अगे आयतन दे भी रखे है बिल्कुल, पर आपको नहीं पता लगता। अगला क्वेश्चन देखो इसे नाल दा, तां ही आप क्लीयर की है। कहते किन्ने घनावकार डब्बे रखे जा सकते हैं जे एक डब्बे का आयतन इन्ना हो। तो मान लो डब्बियां की गिनती या संख्या एक्स एन जो मर्जी मान सकते हो, तुहाडे ते है। हुण गोदाम दे विच डब्बे रखने हैं, सही है, कैपेसिटी दोहां दी आपां बराबर रखनी है। तो इसका मतलब की हो गया, उस गोदाम का जिहड़ा आयतन है ਉਹਦੇ ਵਿੱਚ ਆਪਾਂ डब्बे रखते किन्ने, एक्स डब्बे रखते, एक्स डब्बे या एक्स गुना डब्बे का आयतन। तो फिर एक्स की कीमत की आ गई, ਇਹਦੀ ਇਹਦੇ ਨਾਲ ਜਾ ਕੇ ਵੰਡ ਹੋ ਜੂ, गोदाम का आयतन वटे डब्बे का आयतन। ठीक होगी ना मेरी गल। हुण गोदाम का की होंदा, लंबाई गुना चौड़ाई गुना उचाई। एक डब्बे का आयतन कितना हो गया 0.8। दशमलव हटाया 10, ऊपर चला गया। हल करते हैं 8 एकम 8, 8 5 40। हुण गुना करो, 1 2 3 0 तो लगन 5 दिए 15, 15 6 90। तो यदा मतलब उस गोदाम दे विच इस आकार दे 90,000 डब्बे रखे जाएंगे। सेम क्वेश्चन है अपने को। कहते एक घनाव का माप देता 60 सेंटीमीटर, 54 सेंटीमीटर, 3 सेंटीमीटर। इस घनाव के अंदर 6 सेंटीमीटर भुजा वाले किन्ने छोटे घन रखे जा सकते हैं। मान लो घना की गिनती x, सेम चीज़ बन गई। तो फिर यदा मतलब घनाव दे विच रखने हैं, घनाव का आयतन किन्ने घन रखे जा सकते हैं, एक्स गुना घन का आयतन इन्ने घन रखे जा सकते हैं। फर्क की है मैं दसदा, इत्थे आपां नूं डब्बे का आयतन दिता सी तो आपां डायरैक्ट कीमत भरती सी, इत्थे आपां नूं घन की भुजा देती तो आपां फार्मूला लगा लांगे, सिर्फ यह है। तो एक्स की आ गया, घनाव का आयतन अपॉन घन का आयतन। घनाव का आयतन 60 गुना 54 गुना 30। घन का आयतन भुजा दे रखी है, भुजा गुना भुजा गुना भुजा
हल करो। 6 ਤੇ ਗਿਆ 10, 6 ਤੇ ਗਿਆ 5, 6 ਤੇ ਗਿਆ 9, 9 5 45, 45 10 450। तो जो अपना आंसर आ गया की आ गया 450 आ गया। तो दोस्तों इस टाइप के इतने क्वेश्चन बनते जो 6 नंबर के, एक दो क्वेश्चन होर ने, मैं एक सिर्फ आइडिया दिता भी किस टाइप के क्वेश्चन से आप फोकस करना है। तो यह सी अपना 11th चैप्टर खेतर मिताई मेंजुरेशन। थैंक यू।